पिताजी क्या करते थे? इनकम टैक्स ऑफिसर मेरा डैडी सबसे बड़ा इनकम टैक्स ऑफिसर है। रिश्तेदारों ने बोला मेरे को आपकी मम्मी चली गई है, सब कुछ गया। एक गलती जिंदगी की इन्हें मेरे को हर नशा दे दिया है कि कोई अपना नहीं है, सब पर आया। आजकल आज के टाइम कलयुग में मनी इज ग्रेट है, गॉड इज नॉट ग्रेट। अब ये देखो तुम्हारे सामने काम करना कोई गुनाह है, चोरी करना गुनाह है, बाकी हमको फिर भी डांग वाले डांग मारते हैं। तो क्या डर क्या था, क्यों घर से भागे? स्कूल का रिजल्ट फाड़ के निकल गया कि सारे फेल क्यों हुए, गुस्से में। अच्छा। कि पढ़ने में आई जब फर्स्ट, गुस्सा ये कि भाई स्कूल में फेल क्यों हुए। गुरु से बड़ा कोई रिश्तेदार नहीं, पैसा था। आजकल मनी इज ग्रेट, गॉड इज नॉट। बाकी गॉड इज ग्रेट, गॉड इज एवरीवेयर, मनी इज नॉट ग्रेट, मनी इज वेरी बैड। कई बार ਤੁਹਾਡੇ ਵੱਲੋਂ ਕੀਤੀ ਗਈ ਇੱਕ ਛੋਟੀ ਜੀ ਗਲਤੀ ਤੁਹਾਡੀ ਪੂਰੀ ਜ਼ਿੰਦਗੀ ਨੂੰ ਤਬਾਹ ਤੇ ਬਰਬਾਦ ਕਰਕੇ ਰੱਖ ਦਿੰਦੀ ਹੈ। ਤੁਹਾਡੇ ਗੁੱਸੇ ਜਾਂ ਤੈਸ਼ ਵਿੱਚ ਚੱਕਿਆ ਗਿਆ ਕਦਮ ਕੇਵਲ ਤੁਹਾਡੀ ਜ਼ਿੰਦਗੀ ਨਹੀਂ, ਤੁਹਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਬਰਬਾਦ ਤੇ ਤਬਾਹ ਕਰਕੇ ਰੱਖ ਦਿੰਦਾ ਹੈ। ਅਜਿਹਾ ਇੱਕ ਕਦਮ ਚੱਕਿਆ ਜਾਂ ਅਜਿਹੀ ਇੱਕ ਗਲਤੀ ਕੀਤੀ 10ਵੀਂ 'ਚ ਪੜ੍ਹਨ ਵਾਲੇ ਇੱਕ ਬੱਚੇ ਨੇ, ਜੋ ਕਿ ਉਸ ਕਲਾਸ ਵਿੱਚੋਂ ਫੇਲ ਹੋ ਗਿਆ ਅਤੇ ਇਸ ਡਰ ਤੋਂ ਆਪਣੇ ਘਰੇ ਨਹੀਂ ਗਿਆ ਕਿ ਉਸ ਦਾ ਬਾਪ ਬੜਾ ਰਸੂਖਦਾਰ ਹੈ, ਇੱਕ ਚੰਗਾ ਅਫਸਰ ਹੈ ਤੇ ਉਸ ਨੂੰ ਉਹ ਕੁੱਟੇਗਾ, ਮਾਰੇਗਾ ਜਾਂ ਕੁਝ ਕਹੇਗਾ। ਇਹ ਡਰ ਤੋਂ ਉਹ ਬੱਚਾ ਘਰੋਂ ਭੱਜਿਆ। ਲੰਬਾ ਸਮਾਂ 20-22 ਸਾਲ ਬੀਤਣ ਤੋਂ ਬਾਅਦ ਜਦ ਕੁਝ ਪੈਸੇ ਕਮਾਉਣ ਜੋਗਾ ਹੋਇਆ ਤਾਂ ਪੈਸੇ ਲੈ ਕੇ ਉਹ ਘਰ ਵਾਪਸ ਮੁੜਿਆ ਕਿ ਉਹ ਆਪਣੇ ਮਾਂ-ਬਾਪ ਨੂੰ ਇਹ ਪੈਸੇ ਦਿਖਾਵੇਗਾ, ਕਿ ਕਹੇਗਾ ਕਿ ਉਹ ਕਮਾਉਣ ਜੋਗਾ ਹੋ ਗਿਆ ਤੇ ਗਲਤੀ ਵੀ ਉਸ ਦੀ ਕਬਰ ਹੋ ਜਾਵੇਗੀ। ਪਰ ਉਹ ਗਲਤੀ ਲੁਕਣ ਦੀ ਬਜਾਏ ਹੋਰ ਵੀ ਜ਼ਿਆਦਾ ਵੱਧ ਗਈ, ਕਿਉਂਕਿ ਜਦ ਉਹ ਘਰ ਪੁੱਜਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੇ ਜਾਣ ਦੇ ਗਮ ਦੇ ਵਿੱਚ ਉਹਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਉਸਦੇ ਘਰੋਂ ਭੱਜਣ ਦੇ ਗੱਲ ਨੂੰ ਸੁਣਦਿਆਂ ਹੋਇਆ ਮਾਂ ਇਸ ਵਿਛੋੜੇ ਨੂੰ ਨਾ ਸਹਿਣ ਕਰ ਸਕੀ ਤੇ ਉਸ ਦੀ ਮੌਤ ਹੋ ਗਈ, ਕਿਉਂਕਿ ਉਹ ਘਰਦਿਆਂ ਦੇ ਇੱਕ ਇਕਲੌਤਾ ਪੁੱਤ ਸੀ। ਥੋੜਾ ਸਮਾਂ ਗੁਜ਼ਰਨ ਤੋਂ ਬਾਅਦ ਉਹਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ। ਫਿਰ ਉਸ ਵਿਅਕਤੀ, ਉਸ ਬੱਚੇ ਦੇ ਪੱਲੇ ਜੋ ਕਿ ਪੂਰਾ ਨੌਜਵਾਨ ਬਣ ਚੁੱਕਿਆ ਸੀ, ਕੁਝ ਵੀ ਨਾ ਬਚਿਆ, ਨਾ ਮਾਂ-ਬਾਪ ਨਾ ਕੋਈ ਹੋਰ। ਉੱਥੋਂ ਨਿਰਾਸ਼ ਹੋ ਕੇ ਉਹ ਵਾਪਸ ਪੁੱਜਿਆ ਇਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਾਹਰ ਅਤੇ 40 ਸਾਲਾਂ ਤੋਂ ਉਹ ਇਸੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਵੇਟ ਤੋਲਣ ਵਾਲੀ ਮਸ਼ੀਨ ਨੂੰ ਲੈ ਕੇ ਆਪਣਾ ਗੁਜ਼ਾਰਾ ਕਰ ਰਿਹਾ। ਉਹ ਭਾਰ ਤੋਲਣ ਵਾਲੀ ਮਸ਼ੀਨ ਜਿਸ 'ਤੇ ਲੋਕ ਆ ਕੇ ਭਾਰ ਤੋਲਦੇ ਨੇ, ਜੇਕਰ ਕੋਈ ਪੈਸੇ ਦੇ ਦੇਵੇ ਤਾਂ ਵੀ ਸਿਰ ਮੱਥੇ, ਨਾ ਦੇਵੇ ਤਾਂ ਵੀ ਸਿਰ ਮੱਥੇ, ਅਤੇ ਬੱਚਿਆਂ ਤੋਂ ਬਿਲਕੁਲ ਵੀ ਕੋਈ ਪੈਸਾ ਨਹੀਂ ਲੈਂਦਾ। ਉਹਦਾ ਇਹ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੀ ਇੱਕ ਗਲਤੀ ਨੇ ਉਸ ਦੀ ਜ਼ਿੰਦਗੀ ਨੂੰ ਬਿਲਕੁਲ ਹੀ ਉਜਾੜ ਕੇ ਰੱਖ ਦਿੱਤਾ ਅਤੇ ਨਾ ਤਾਂ ਹੁਣ ਉਸ ਨੂੰ ਪੈਸੇ ਕਮਾਉਣ ਦਾ ਲਾਲਚ ਰਿਹਾ, ਨਾ ਕਿਸੇ ਹੋਰ ਦਾ। ਨਾ ਉਹਦਾ ਪਰਿਵਾਰ ਹੈ, ਨਾ ਉਹਦੇ ਮਾਂ-ਬਾਪ ਆ, ਨਾ ਉਹਦੇ ਬੱਚੇ, ਅਤੇ ਕਮਾਉਣਾ ਵੀ ਕਿਸ ਲਈ ਹੈ। ਥੋੜ੍ਹਾ ਟਾਈਮ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਦੇ ਵਿੱਚ ਸਵਰਨਜੀਤ ਨਾਂ ਦੇ ਇੱਕ ਨੌਜਵਾਨ ਨੇ ਉਸ ਬਜ਼ੁਰਗ ਦਾ ਜ਼ਿਕਰ ਕੀਤਾ ਸੀ, ਜੋ ਕਿ 40 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੇ ਬਾਹਰ ਬੈਠਾ ਅਤੇ ਭਾਰ ਤੋਲਣ ਦਾ ਇੱਕ ਮਸ਼ੀਨ ਲਾ ਕੇ ਆਪਣਾ ਕੰਮ ਕਰ ਰਿਹਾ, ਆਪਣੀ ਸੇਵਾ ਨਿਭਾ ਰਿਹਾ। ਅੱਜ ਉਸੇ ਬਜ਼ੁਰਗ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਜਿਸ ਨੇ ਆਪਣੇ ਬਚਪਨ ਦੇ ਵਿੱਚ ਇੱਕ ਛੋਟੀ ਗਲਤੀ ਕੀਤੀ ਅਤੇ ਪੂਰਾ ਪਰਿਵਾਰ ਤਬਾਹ ਹੋ ਕੇ ਰਹਿ ਗਿਆ। ਔਰ ਚੱਲਦੇ ਹਾਂ, ਗੱਲ ਕਰਦੇ ਹਾਂ ਉਸ ਬਜ਼ੁਰਗ ਨਾਲ। ਅਸੀਂ ਇਸ ਸਮੇਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਾਹਰ ਬੈਠੇ ਹਾਂ ਅਤੇ ਸਾਡੇ ਨਾਲ ਉਹੀ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਬਾਰੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ। ਆਪਣੀ ਵੇਟ ਮਸ਼ੀਨ ਦੇ ਨਾਲ ਆਪਣੀ ਦੁਕਾਨ ਸਜਾ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਾਮੀ ਵੇਲੇ ਹੀ ਬਹਿੰਦੇ ਨੇ ਅਤੇ ਸਾਨੂੰ ਇੱਥੇ ਹੀ ਬੈਠੇ ਅੱਜ ਮਿਲੇ ਨੇ। ਇਹਨਾਂ ਨਾਲ ਗੱਲ ਕਰਦੇ हैं। हाँ जी, क्या नाम क्या है आपका? बाबा जी राजेंद्र कुमार अनुप्रसाद जोशी है मेरा नाम। गुजरात जिला पाटन, सेठपुर गांव है मेरा। 16 साल की उम्र से 10वीं फेल है मैं 1976 में जी। स्कूल का रिजल्ट मैं फाड़ के फेल हो गया था। मैं स्कूल का रिजल्ट फाड़ के घर से निकल गया। मेरी मम्मी एक्सपायर हो गई 77 में। नहीं, आप घर से निकल आए तभी एक्सपायर हुई या बाद में? 77 में
76 में बाहर आ गया था। अच्छा। मम्मी मेरी गम में मर गई कि हाँ मेरा बेटा कहाँ होगा। इसके बाद में हम 2015 में गया हूँ मैं। अच्छा, घर गए। 2015 में आप जैसे फरिश्ते ने मेरे को भेजा था। 2015 में हमको गुजरात में भी मेरे डैडी ने दूसरी शादी करी। हमारे यहाँ शादी औरत को एक ही अलाउ है, दूसरी शादी की। बाकी डैडी ने मजबूरी में दूसरी शादी करी। उन्हें मेरा सारा वेरीफाई करके मकान कोठी जो भी है ना सब बेच दिया। हमको बना दिया लवारिस। गुजरात की पुलिस भी हमको करी है तो यहाँ नहीं रहेगा। रिश्तेदार भी किसी के पास नहीं गया मैं, गुरु से बड़ा कोई रिश्तेदार नहीं। पैसा था। आजकल मनी इज ग्रेट, गॉड इज नॉट। बाकी गॉड इज ग्रेट, गॉड इज एवरीवेयर, मनी इज नॉट ग्रेट, मनी इज वेरी बैड। बाबा जी रिश्तेदारों ने बोला मेरे को आपकी मम्मी चली गई है, सब कुछ गया, किसी के पास नहीं गया। मैं 2 महीना रहा होटल में कमरा लेके। जो मेरे साथ के पड़े हुए बच्चों ने मेरे को 1 महीना तक इंक्वायरी करी, मेरी पूरी इंक्वायरी ले ली। जिसने भेजा था उसके घर पे मैं बोला मैं तेरे घर पे मुंडा ही होना, 2 लड़की पे, तीसरा मुंडा आज भी तुम्हें दिखाऊँ वहाँ पे मौजूद है इसी मादिया फिल्म में ही। इसके बाद में मैंने को लवारिस बना दिया। ये स्कूल का सर्टिफिकेट निकाल के डीसी के मोरे पेश हुआ मैं। डीसी के रहा पढ़ के मम्मी डैडी का सब कुछ नाम बताया, सब कुछ आया इसमें। अब कह रहा कि आप गुजरात के। मैं कि बाबा जी मैं गुजरात के नहीं, मैं इसको पैसा दे रहा, कह रहे रिश्वत दे रहा कानून। मैंने कि ये मेरा इंसाफ है। अब पुलिस वाले हमको कह रहे तू यहाँ से नहीं रहने देंगे। रिश्तेदार तक भी मैंने कोठी मकान बना दिया, लवारिस बना दिया हमको। अब डीसी कह रहे आपको क्या करना चाहिए। मैं फिर डीसी को कंप्लेंट दी। मैं कि आई एम बारिश को लावारिस बनाना कानूनी झूल में 420 420 ठोक के डीसी की इंक्वायरी लगी। मकान भी ताला लगा दिया, खरीदने वाला भी अंदर, मेरी मम्मी दूसरी भी अंदर, जिसने बेचवाया वो भी अंदर। बाबू इसके बाद कागज़ बने। मैं वहाँ से डीसी कह रहा अब क्या करना है। मैं कि अब तू इसको शमशान घाट बना, जो मर्जी कर। हम चले गए, मेरी माँ चली गई तो हम चले गए। अच्छा, अब ये आपका कोई और भाई बहन नहीं था जब आप हम अकेला ही था, अकेले थे? अकेला ही। पछतावा होता है कि एक गलती ने कहाँ तक ले आया? बाबा ये जरा सी आई एम स्टूडेंट। पहले वाले मास्टर नहीं रहे पढ़ाने वाले, पहले वाले स्टूडेंट ही रहे हैं। स्कूल में मास्टर मारता भी था तो घर जाके हम नहीं बोलते थे कि हमको मारा है। घर में भी पिटाई होती थी। पढ़ने में वेरीफाई थे। मेरे सामने जरा मर्जी पढ़ा लिखा कर दे, मेरे आगे फैले। वही सतना मेरा खतरा जो मरा बेचारा, मालिक उसकी शांति देवे। वो भी मेरे पैर छू के गया। बाबा सबसे बड़ी मैंने की माँ बाप की सेवा। मेरी मम्मी ने कही भला कर भला हो भला। ये 1980 से काम कर रहा हूँ, 1980 से। अब ये देखो तुम्हारे सामने काम करना कोई गुनाह है, चोरी करना गुनाह है। बाकी हमको फिर भी डांग वाले डांग मारते हैं, हमारी शराबत करने। अच्छा, मैंने देखा कि आप बच्चों से पैसा नहीं लेते? हाँ, बच्चों से पैसा नहीं लेते। बच्चे गुरु का खिलौने हैं। बच्चे हर किसी को नसीब नहीं होता है। बच्चा ऐसी ऐसी कोठियों वाले पड़े जिनको बच्चे मौजूद नहीं हैं। ये बच्चे खिलौने हैं, बच्चे का कोई पैसा नहीं लेता मैं बाबू। इधर देखो, दिया तो भी वाहेगुरु, नहीं दिया तो भी वाहेगुरु। बड़ा जगह कब कोई आता है तो दे जाए तो वाहेगुरु की कृपा। दिया तो भी वाहेगुरु, नहीं दिया तो भी वाहेगुरु। मेरी कोई लड़ाई झगड़ा कोई नहीं बाबू। गुरु देता है। अभी इतना कुछ देख लिया कि पैसे से प्यार नहीं रहा। पैसे से क्या नफरत। आज हम अकेला, शादीशुदा नहीं मैं, ऐसा में हम किसके लिए कमाएगा। कोई शराब कभी जिंदगी में नहीं सूंगी, मीट मुर्गे नहीं सूंगे, जुआ हमने नहीं खेला। मतलब बस यहाँ गुरुद्वारे के बाहर बैठ के ही अपना गुजारा ये चलता है। और खाना पीना रहना कहाँ पे? बाबा ये गुरु घर में। अब शाम को देखो तुम्हारे सामने अभी आके बैठा, 1 घंटा बैठेगा फिर चली जाएगा। मेरे पास कोई ठिकाना नहीं है, ठिकाने करके हम धक्के अच्छा, अब तो चलो गर्मी है, निकल जाता है समय, जब सर्दी आती है फिर क्या? बाबा दुकानदारों पे कोई कमरू दे जाता, उड़ के सो जाता दुकान पे। क्या करना, ठिकाने कितने साल से यहाँ पे बैठ रहे वैसे? बाबा जी 1996 से उस जगह पे। 1996 से? हाँ जी, पहले 1995 में अमृतसर जाता। उस जगह पे मेरे को कोई खाने में कोई प्रसाद में दे दिया, सब कुछ वहाँ पे लूट गया मेरा। वहाँ पे हेड ग्रंथी बाबा पूरन सिंह था, उन्होंने मेरे को पूरी हिफाजत सेवा करी है। उन्होंने फिर मैं कि एक गुरु की नगरी के अंदर ऐसा अंधा कानून हो रहा है तो नजायज है। अच्छा, 10वीं में फेल हुए तो क्या डर क्या था, क्यों घर से भागे?
स्कूल का रिजल्ट फाड़ के निकल गया कि साले फेल क्यों हुए, गुस्से में अच्छा। कि पढ़ने में आई एम फर्स्ट। और गुस्सा ये कि भाई स्कूल में फेल क्यों हुए। पिताजी क्या करते थे? इनकम टैक्स ऑफिसर मेरा डैडी सबसे बड़ा इनकम टैक्स ऑफिसर है। मम्मी भी मेरी अच्छे घर, टब्बर भी सारा हमारे यहाँ पंडिताई कोई नहीं किया है, सब अच्छे बिजनेसमैन है। बाकी आजकल मनी इज ग्रेट हो गया है, कोई किसी के रिश्तेदार नहीं है। ਕੋਈ ਰਿਸ਼ਤੇਦਾਰ ਨਹੀਂ ਹੈ। ਬਿਲਕੁਲ 10ਵੀਂ ਫੇਲ ਹੋ ਕੇ ਇਹ ਜਿਹੜੇ ਉੱਥੋਂ ਨਿਕਲੇ, ਵਾਕਈ ਇਹਨਾਂ ਦੇ ਸਰਟੀਫਿਕੇਟ ਜੇ ਤੁਸੀਂ ਦੇਖੋ ਤਾਂ ਗੁਜਰਾਤ ਦੇ ਆ ਤੇ ਸਾਰੀ ਸਰਟੀਫਿਕੇਟ ਇਹਨਾਂ ਦੇ। बाबा जब 10वीं में फेल होने के बाद सबसे पहले भागे तो गए कहाँ? क्या सोचा था मन में भी मैं कहाँ जाऊँ या क्या करूँ? घर क्यों नहीं जाना चाहते थे? कहने का मतलब शुरू में तो हमने सोचा घर में मम्मी डैडी सेवा करते हैं, मम्मी डैडी ऐसे बाहर भी मिलेंगे। बाकी शुरू में हमको कहीं मामा के घर, पता नहीं था कि बाहर दुनिया कुछ और है, घर में कुछ और थी। पहले कुछ मामा के घर, कभी बुआ के घर, ऐसे साल भर तो मैं दुबका छुपका रहा। इसके बाद फिर चले आया मैं कि कोई हम किसको रखता है। पहले बाद में बाहर आके मैंने ठोकरे, जो ऊपर आसमान नीचे धरती, कहाँ सोना, कहाँ बैठना, कहाँ खाना, हर तरह के धक्के खा लिए। कितने साल बाद घर गए फिर उसके बाद? ये 2015 में गया हूँ मैं, 39 साल बाद। माँ का कब पता करा चला कि माँ गुजर गई है? वहाँ गुजरात जाने के बाद पता चला मेरे को। ये तुम्हारे गम में 1 साल बाद ही माँ जड़ी? साल में 2015 में जाके पता चला। रिश्तेदार कह रहे तुम्हारी मम्मी मर गई तो सब कुछ चला गया, ओठी कोठी सब कुछ नहीं है। मैं कि कोठी कड़ी ना ले जानी है, मेरी माँ चली गई है, बाकी माँ का बेटा मौजूद है। बेटा तो नहीं मरा है, बाकी मेरा इंसाफ वो मेरे डीसी साहब ने कर दिया है। अब कितनी उम्र कितनी है? अब मेरी 60 साल है। 60 साल। कितने टाइम से यहाँ पे बैठे हो? यहाँ पे 1996 से हुआ। 1996 से करीबन ये 25 साल से ज़्यादा समय, 24 साल के समय हो चुका है। 24 साल। बाकी मेहनत करना जुल्म है, चोरी करना जुल्म है, ये बताओ पहले आप। चोरी करना ही जुल्म है, मेहनत करना? ये मेहनत कर रहे हो तब से? ये बैठे बैठे 1980 से काम कर रहा हूँ मैं, हर शहर घूम के बैठा हूँ मैं, हर शहर। कर भला हो भला, आंट भली का भला। फिर यहाँ तक कैसे पहुँचे? यहाँ फतेहगढ़ साहब में ही क्यों? देखो गुजरात कहीं के हो आप, कहीं पे रहे और यहाँ कैसे? हमको बाबा अजमेर शरीफ, रोजा शरीफ, अजमेर शरीफ उस जगह पे मेला करने के चाहिए, मेलों का काम पे है। उस जगह पे हमको पता चला कि पंजाब के अंदर सोने की चिड़िया है ये पंजाब। तो हमको किसी ने एड्रेस दिया था कि अमृतसर सबसे बड़ा अमृतसर है। तो वहाँ टिकट लेके हम अमृतसर आए। अमृतसर में पहले दिन मेरे साथ प्रसाद में अटैक हो गया, सारा सब कुछ लुट गया, उड़ गया। इसके बाद में हेड ग्रंथी बाबा पूरन सिंह था, उन्होंने मेरे को सहूलियत दिया। मैं कि गुरु घर के अंदर ऐसा धोखा होना सबसे क्या दुनिया है, अलग अलग रंग दिखते हैं। तो कह रहे बाबा जी प्रसाद लेना गुनाह है। मैं कि गुरु का प्रसाद लेना गुनाह, तो फिर गुरु का प्रसाद किस काम का आपका? प्रसाद एक हम परदेश से आए, हम टूरिस्ट पहली बार आए, इस तरह किस काम का? बाकी गुरु घर के अंदर अन्याय। फिर वहाँ से हमको पता चला कि बाबा जी जो ऑल वर्ल्ड का जो है, जो मेन है फतेहगढ़ साहब, वहाँ से हमको पूछ के हम फिर फतेहगढ़ साहब आए 1996 में। ये रोटी की मशीन भी जो लगी ना, वो मेरे सामने लगी थी। पहली बार मैं फतेहगढ़ आया बाबा 1996 में यहाँ पे। अभी दोबारा कभी गुजरात जाना नहीं? कभी नहीं, मरना भी यहीं, जीना भी यहीं। इसी दरबार पे, इसी वाहिगुरु इसी दरबार पे, चाहे हमको डंडे मारे, चाहे कुछ भी करे, बाबू मैं कोई नहीं भी बैठने देंगे तो कोई बात नहीं, रोटी तो दे रहा है गुरु। मेरे बच्चे उच्चे है नहीं, क्या करना बाबू मेरे पास ऐसी 80 गुरु ने दे रखी है। आपको उस जगह जो कोई मत्था टेकाऊंगा तो मैं कभी हैरत हो जाएंगे। दुराहा सुना है, दुराहा वहाँ पिंड है राजगढ़, बाबा शीशे वाला है, शीशे का गुरुद्वारा बना, वो मेरा सेवादार है। खुली माया मेरे को देता बाबा, बाकी माया मेरे किस काम की है? मेरा कोई बच्चा नहीं, कोई कुछ नहीं है, कोई हैब नहीं है। 10 मिले 5 मिले नहीं भी मिले तो वाहिगुरु, हमारे कोई लड़ाई झगड़ा नहीं। बाकी बैठना भी जुल्म हो गया मेरे यहाँ पे। अच्छा, मैंने ये पहले भी आपसे पूछा कि एक गलती ज़िंदगी की तो मेरे को हर नक्शा दे दिया है
कि कोई अपना नहीं है, सब पर आया। आजकल आज के टाइम कलयुग में मनी इज ग्रेट है, गॉड इज नॉट ग्रेट। अच्छा अच्छा, अगर अगर वो उस वक्त घर से ना भागते तो आज मेरा ये हाल नहीं होता। जो अगर मैं गुस्से में नहीं जाता तो मेरी ना मम्मी खोता, ना मैं घर खोता, ना कुछ खोता। मेरी मम्मी भी नहीं होती, मैंने मम्मी भी खो दिया, सब कुछ खो दिया। अभी ये इस हाल में बैठा हूँ। मैं फिर भी कहता हूँ, हे मेरी मम्मी, तेरे को मेरी सच सच प्रणाम। और देखो हर जगह पर आपने उस दिन दिखा था माई राइटिंग, हर पन्ने में गॉड इज ग्रेट, मनी इज नॉट ग्रेट। हर पन्ने में मेरा अच्छे अच्छे ज्ञानों की बात लिखी है सारी। ਜੀ ਬਿਲਕੁਲ, ਜਿਹੜਾ ਹਰ ਇੱਕ ਪੇਜ ਦੇ ਉੱਤੇ ਬੜੀਆਂ ਚੰਗੀਆਂ ਗੱਲਾਂ ਲਿਖੀਆਂ, ਬੜੇ ਪੜ੍ਹੇ ਲਿਖੇ ਨੇ, ਕਿਉਂਕਿ ਗੁਜਰਾਤ ਦੇ ਇੱਕ ਚੰਗੀ ਫੈਮਿਲੀ 'ਚੋਂ ਬਿਲੋਂਗ ਕਰਦੇ ਸੀ। ਸਿਰਫ ਇੱਕ ਗਲਤੀ ਹੈ ਜਿਹੜੀ ਅੱਜ ਇੱਥੇ ਲੈ ਆਈ ਹੈ, ਪੂਰਾ ਪਰਿਵਾਰ ਜਿਹੜਾ ਉਹ ਬਰਬਾਦ ਹੋ ਕੇ ਰਹਿ ਗਿਆ, ਆਪਣੀ ਜ਼ਿੰਦਗੀ ਇਹਨਾਂ ਦੀ ਖਤਮ ਹੋ ਕੇ ਰਹਿ ਗਈ। ਤਾਂ ਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜੇਕਰ ਅਸੀਂ ਕਈ ਵਾਰ ਗੁੱਸੇ ਜਾਂ ਤੈਸ਼ 'ਚ ਆ ਕੇ ਕੋਈ ਗਲਤੀ ਕਰ ਲੈਂਦੇ ਹਾਂ ਤਾਂ ਇੱਕ ਗਲਤੀ ਕੇਵਲ ਸਾਡੀ ਜ਼ਿੰਦਗੀ ਖਰਾਬ ਨਹੀਂ ਕਰਦੀ, ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਕਰਕੇ ਰੱਖ ਦਿੰਦੀ ਆ। ਪਰ ਫਿਰ ਵੀ ਜਿਵੇਂ ਅੱਜ ਇਹ ਬਾਹਰ ਬੈਠੇ ਆ, ਆਪਣੀ ਮਿਹਨਤ ਕਰ ਰਹੇ ਨੇ, ਜੇ ਕੋਈ ਦੇ ਜਾਵੇ ਤਾਂ ਵੀ ਭਲਾ, ਨਾ ਦੇਵੇ ਤਾਂ ਵੀ ਭਲਾ। ਇਹ ਵਾਹਿਗੁਰੂ ਦੇ ਆਸਰੇ ਇੱਥੇ ਬੈਠਿਆ ਤੇ ਅੱਜ ਹੁਣ ਸਭ ਕੁਝ ਇਹਨਾਂ ਦਾ ਇਹੀ ਦਰ ਹੈ ਤੇ ਇੱਥੇ ਹੀ ਇਹਨਾਂ ਨੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਹੁਣੇ ਅਸੀਂ ਗੱਲ ਕੀਤੀ ਆ ਉਸ ਬਜ਼ੁਰਗ ਨਾਲ ਜਿਹੜੇ ਕਿ ਆਪਣੇ ਆਪ ਨੂੰ ਗੁਜਰਾਤੀ ਦੱਸਦੇ ਨੇ ਤੇ ਲੰਬੇ ਸਮੇਂ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਾਹਰ ਹੀ ਬੈਠੇ ਆਪਣੀ ਮਸ਼ੀਨ ਉੱਤੇ ਲੋਕਾਂ ਦਾ ਵੇਟ ਤੋਲਦੇ ਨਜ਼ਰ ਆਉਂਦੇ ਨੇ। ਪਰ ਇਹਨਾਂ ਦੀ ਕਹਾਣੀ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ ਵਾਲੇ ਵੀ ਸ਼ਖਸ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦੀ ਇੱਕ ਪੋਸਟ ਨੇ ਇਹਨਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ। ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਹਨਾਂ ਬਾਰੇ ਲਿਖਿਆ ਤੇ ਕਿਵੇਂ ਉਹਨਾਂ ਨੂੰ ਪਤਾ ਲੱਗਿਆ। ਸਾਡੇ ਨਾਲ ਮੌਜੂਦ ਨੇ ਸਵਰਨਜੀਤ ਅਸ਼ਕਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਰਨਜੀਤ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਜਿਹੜੇ ਵਿਅਕਤੀ ਨੇ ਇਸ ਤਰੀਕੇ ਨਾਲ ਬਾਹਰਲੇ ਨੇ, ਗੁਜਰਾਤ ਦੇ ਨੇ, ਤੇ ਇਹਨਾਂ ਦੀ ਕਹਾਣੀ ਹੈ? ਮੈਂ ਜੀ ਐਤਵਾਰ ਨੂੰ ਮੇਰੀ ਰੁਟੀਨ ਬਣੀ ਹੋਈ ਹੈ, ਮੇਰਾ ਦੋਸਤ ਆ ਬਣੀ, ਅਸੀਂ ਦੋਨੋਂ ਜਾਣੇ ਐਤਵਾਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈਦਾ। ਜਦ ਵੀ ਅਸੀਂ ਮੱਥਾ ਟੇਕਣ ਆਉਂਦੇ ਹਾਂ ਗੁਰਦੁਆਰਾ ਸਾਹਿਬ, ਅਸੀਂ ਇੱਕ ਗੱਲ ਜ਼ਰੂਰ ਦੇਖਦੇ ਹਾਂ ਵੀ ਗੁਰੂ ਮਹਾਰਾਜ ਦੀ ਡਿਓੜੀ ਦੇ ਬਾਹਰ ਇੱਕ ਬਜ਼ੁਰਗ ਬੈਠਾ ਹੁੰਦੇ ਆ, ਜਿਨ੍ਹਾਂ ਕੋਲ ਇੱਕ ਭਾਰ ਤੋਲਣ ਵਾਲੀ ਮਸ਼ੀਨ ਤੇ ਇੱਕ ਬੈਗ ਹੁੰਦਾ। ਕਦੇ ਵੀ ਇਹਨਾਂ ਦਾ ਮੈਂ ਮੂੰਹ ਉੱਪਰ ਨਹੀਂ ਦੇਖਿਆ, ਥੱਲੇ ਮੂੰਹ ਝੁਕਾ ਕੇ ਬੈਠੇ ਰਹਿਣਾ। ਕੋਈ ਭਾਰ ਤੋਲਣ ਆਇਆ, ਇਹਨਾਂ ਨੇ ਦੱਸ ਦੇਣਾ ਵੀ ਤੁਹਾਡਾ ਇੰਨਾ ਭਾਰ ਆ। ਜਿਹੜੀ ਗੱਲ ਅਚੰਭਾ ਦੀ ਲੱਗੀ ਜਿਹਦੇ ਕਰਕੇ ਇਹਨਾਂ ਦੇ ਮੈਂ ਕੋਲ ਗਿਆ, ਉਹ ਇਹ ਸੀ ਵੀ ਭਾਰ ਤੋਲਣ ਲਈ ਲੋਕ ਤਾਂ ਬਹੁਤ ਖੜੇ ਹੋਣੇ, ਪਰ ਇਹਨਾਂ ਕੋਲ ਕਦੇ ਪੈਸਾ ਪਿਆ ਨਹੀਂ ਮੈਂ ਦੇਖਿਆ ਸੀਗਾ। ਤਾਂ ਮੈਂ ਜਾਂ ਕੋਲ ਜਾ ਕੇ ਦੇਖਿਆ ਵੀ ਪੈਸੇ ਲੋਕ ਭਾਰ ਤੋਲ ਕੇ ਜਾਂਦੇ ਨੇ ਪਰ ਪੈਸਾ ਕੋਈ ਨਹੀਂ। ਮੈਂ ਆਪਣੇ ਦੋਸਤ ਨੂੰ ਕਿਹਾ ਵੀ ਕਈ ਦਿਮਾਗ 'ਚ ਇੰਨੇ ਵੀ ਇਹਦਾ ਪਰਿਵਾਰ ਕਿਵੇਂ ਚੱਲਦਾ ਹੋਊ, ਬਾਬੇ ਦਾ ਬੱਚੇ ਹੋਣਗੇ ਜਾਂ ਨਹੀਂ, ਕਮਾਈ ਕਿੰਨੀ ਕੁ ਹੁੰਦੀ ਹੋਊ, ਪੈਸਾ ਨਹੀਂ ਪਿਆ ਹੁੰਦਾ, ਸਵਾਲਾਂ ਦੀ ਜਿਹੜੀ ਦਿਮਾਗ 'ਚ ਪੰਡ ਬਣ ਕੇ ਚਲੇ ਜਾਣੀ ਘਰ ਨੂੰ। ਦੁਸ਼ਹਿਰੇ ਵਾਲੇ ਦਿਨ ਅਸੀਂ ਦੋਨੋਂ ਜਦ ਆਏ ਤਾਂ ਮੈਂ ਕਿਹਾ ਵੀ ਯਾਰ ਆਪਾਂ ਕਿਸੇ ਨਾ ਕਿਸੇ ਬਹਾਨੇ ਬਾਬੇ ਦੀ ਮਦਦ ਕਰਨੀ, ਇਹਨੂੰ ਇਹ ਵੀ ਨਾ ਲੱਗੇ ਮੈਂ ਫਰੀ ਦਾ ਪੈਸਾ ਮੇਰੇ ਕੋਲ ਆ ਰਿਹਾ, ਵੀ ਆਪਾਂ ਭਾਰ ਤੋਲਣ ਦੇ ਬਹਾਨੇ ਇਹਨਾਂ ਦੀ ਮਦਦ ਕਰਿਆ ਕਰਾਂਗੇ। ਜੋ ਚਲੋ ਪੈਸੇ ਮੱਥਾ ਟੇਕਣਾ ਇਹਨਾਂ ਨੂੰ ਦੇ ਦਿਆ ਕਰਾਂਗੇ। ਅਸੀਂ ਜਦ ਭਾਰ ਤੋਲਣ ਲਈ ਕੋਲ ਆਏ ਤਾਂ ਮੇਰੇ ਦੋਸਤ ਨੇ ਬਨੀ ਨੇ ਭਾਰ ਤੋਲਿਆ ਤਾਂ ਪੁੱਛਿਆ ਬਾਬਾ ਕਿੰਨੇ ਪੈਸੇ? ਇਹਨਾਂ ਨੇ ਬੜੇ ਹੱਸ ਕੇ ਮਿੱਠੀ ਜਿਹੀ ਮੁਸਕਾਨ ਨਾਲ ਕਿਹਾ ਵੀ ਜੋ ਦੇਣਾ ਤੁਹਾਡੇ ਕੋਲ ਦੇ ਦਿਓ, ਅਗਰ ਨਹੀਂ ਹੈਗਾ ਤਾਂ ਰਹਿਣ ਦਿਓ। ਇੰਨੇ ਨੇ ਇੱਕ ਬੱਚਾ ਆਇਆ ਛੋਟਾ ਜਿਹਾ ਸਰਦਾਰ, ਤੇ ਉਹ ਭਾਰ ਤੋਲਣ ਲੱਗਿਆ, ਆਪਣੀ ਮਾਤਾ ਦੇ ਨਾਲ ਸੀਗਾ। ਤਾਂ ਉਹਦੀ ਮਦਰ ਨੇ ਬੜਾ ਜ਼ੋਰ ਲਾਇਆ, ਬਾਬਾ ਜੀ ਪੈਸੇ ਕਿੰਨੇ? ਇਹਨਾਂ ਨੇ ਕਿਹਾ ਵੀ ਮੈਂ ਪੈਸੇ ਨਹੀਂ ਲੈਂਦਾ ਹੈਗਾ ਬੱਚਿਆਂ ਤੋਂ ਤਾਂ ਬਿਲਕੁਲ ਵੀ। ਫਿਰ ਭਾਰ ਵੀ ਬੱਚੇ ਤੋਲਦੇ ਨੇ, ਕੋਈ ਸਿਆਣਾ ਬੰਦਾ ਭਾਰ ਨਹੀਂ ਇੰਨਾ ਤੋਲਦਾ। ਤਾਂ ਮੈਨੂੰ ਸੀ ਫਿਰ ਕਮਾਉਂਦੇ ਕੀ ਨੇ ਇਹ? ਜਦ ਇਹਨਾਂ ਨੇ ਬੱਚੇ ਨੂੰ ਅਗਲੀ ਗੱਲ ਐਸੀ ਕਹੀ ਕਿ ਜਿਹਨੇ ਹੋਰ ਮੇਰੇ ਦਿਮਾਗ 'ਚ ਕੁਐਸਚਨ ਖੜੇ ਕਰਤੇ ਕਿ ਯੂ ਆਰ ਫਿਟ ਮਾਈ ਚਾਈਲਡ, ਕਿ ਬਾਬਾ ਜੀ ਲੱਗਿਆ ਵੀ ਇੱਕ ਬਾਹਰ ਬੈਠਾ ਬਜ਼ੁਰਗ ਤੇ ਫਕੀਰ ਜਿਹਾ ਬੰਦਾ ਬੈਠਾ ਇੰਗਲਿਸ਼ 'ਚ ਗੱਲ ਕਰਦਾ। ਤਾਂ ਮੈਂ ਇਹਨਾਂ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਵੀ ਬੇਟਾ ਸਰਪ੍ਰਾਈਜ਼ ਹੋ, ਕਹਿੰਦੇ ਤੁਹਾਨੂੰ ਹੈ ਨਾ ਵੀ ਇੱਦਾਂ ਦੇਖ ਰਹੇ ਹੋ, ਆਈ ਐਮ ਐਨ ਐਜੂਕੇਟਡ ਪਰਸਨ। ਤਾਂ ਮੈਂ ਪੁੱਛਿਆ ਵੀ ਤੁਸੀਂ ਕਿੱਥੋਂ? ਇਹਨਾਂ ਦੱਸਿਆ ਵੀ ਮੇਰਾ ਨਾਮ, ਹੋਰ ਜਿਹੜੇ ਮਨ 'ਚ ਉੱਭਰਨ ਲੱਗ ਗਏ ਸਵਾਲ। ਤਾਂ ਇਹਨਾਂ ਨੇ ਦੱਸਿਆ ਕਿ ਮੇਰਾ ਨਾਮ ਜੋਸ਼ੀ ਰਜਿੰਦਰ ਕੁਮਾਰ ਹੈ ਤੇ ਮੈਂ ਗੁਜਰਾਤ ਦਾ ਬੌਰਨ ਹਾਂ। ਐਜ਼ ਆ ਜਰਨਲਿਸਟ ਮੇਰੇ ਦਿਮਾਗ 'ਚ ਵੀ ਇਹ ਸੀਗਾ ਵੀ ਕੋਈ ਗਲਤ ਗੱਲਾਂ ਲੋਕਾਂ ਤੱਕ ਚਲੀ ਜਾਵੇ। ਤਾਂ ਇਹਨਾਂ ਨੇ ਮੈਨੂੰ ਆਪਣਾ ਆਧਾਰ ਕਾਰਡ ਦੇਖਿਆ, ਇਹਨਾਂ ਦਾ ਮੈਂ ਐਜੂਕੇਸ਼ਨ ਦੇ ਸਰਟੀਫਿਕੇਟ ਦੇਖੇ ਸਾਰੇ, ਤਾਂ ਜੈਨੂਨ ਲੱਗੀ ਸਾਰੀ ਗੱਲਬਾਤ। ਫਿਰ ਮੈਂ ਪੁੱਛਿਆ ਇਹ 10th ਵਿੱਚੋਂ ਮਤਲਬ ਇਹਨਾਂ ਨੇ ਜਿਵੇਂ ਇਹਨਾਂ ਨੇ ਦੱਸਿਆ ਵੀ 10th 'ਚੋਂ ਮੈਂ ਫੇਲ ਹੋ ਗਿਆ ਸੀਗਾ, ਤਾਂ ਡਰਦੇ ਹੋਏ ਮੈਂ ਉੱਥੋਂ ਆਪਣੇ ਘਰੋਂ ਭੱਜਿਆ। ਇਹਨਾਂ ਦੇ ਜੋ ਇਹ ਦੱਸਦੇ ਨੇ ਵੀ ਫਾਦਰ ਇਨਕਮ ਟੈਕਸ ਅਫਸਰ ਸੀਗੇ, ਅਤੇ ਜਦ ਇਹ ਪੰਜਾਬ ਆਏ ਨੇ ਉਹ ਤੋਂ ਪਹਿਲਾਂ 20 ਸਾਲ ਪਹਿਲਾਂ ਤਾਂ ਗੁਜਰਾਤ 'ਚ ਘੁੰਮਦੇ ਰਹੇ, ਭੜਕਦੇ ਰਹੇ। ਇਹ ਕਰੀਬ 96 ਦੇ ਵਿੱਚ ਪੰਜਾਬ ਆਏ,
24 ਕੁ ਸਾਲ ਹੋ ਗਏ ਇਹਨਾਂ ਨੂੰ ਪੰਜਾਬ ਆਏ ਤੇ 2015 ਦੇ ਵਿੱਚ ਕਹਿੰਦੇ ਮੈਂ ਆਪਣੇ ਵਾਪਸ ਗੁਜਰਾਤ ਪਰਿਵਾਰ ਨੂੰ ਮਿਲਣ ਗਿਆ ਤਾਂ ਇਕਲੌਤਾ ਪੁੱਤ ਸੀ। ਗਮ ਦੇ ਵਿੱਚ ਮਾਂ ਸਵਰਗਵਾਸ ਹੋ ਗਈ, ਪਿਤਾ ਨੇ ਦੂਜਾ ਵਿਆਹ ਵਗੈਰਾ ਕਰਾਇਆ ਸੀਗਾ, ਉਹ ਵੀ ਸਵਰਗਵਾਸ ਹੋ ਗਏ। ਤੇ ਇਹ ਪੰਜਾਬ ਤੋਂ ਗੁਜਰਾਤ ਪਰਿਵਾਰ ਲੱਭਣ ਗਏ ਸੀ ਪਰ ਲਵਾਰਸ ਹੋ ਕੇ ਵਾਪਸ ਮੁੜੇ ਆਏ। ਹੁਣ ਇਹਨਾਂ ਕੋਲ ਜੋ ਸੀ ਪੰਜਾਬ ਮੋੜਨ ਦੇ ਪਿੱਛੇ ਉਹ ਸੀ ਗੁਰੂ ਘਰ ਦੀਆਂ ਯਾਦਾਂ ਜਾਂ ਗੁਰੂ ਘਰ ਦੀ ਸੰਗਤ। ਪਰਮਾਤਮਾ ਦਾ ਆਸ਼ੀਰਵਾਦ ਲੈ ਲਓ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਹਨੇ ਜਗ੍ਹਾ ਦਿੱਤੀ। ਉਰੇ ਬੈਠਦੇ ਨੇ ਇਹ ਤੇ ਕਿਰਤ ਦਾ ਖਾਂਦੇ ਨੇ, ਕਿਸੇ ਤੋਂ ਮੰਗਦੇ ਨਹੀਂ ਹੈਗੇ। ਮਤਲਬ ਇੱਕ ਗਲਤੀ ਜ਼ਿੰਦਗੀ ਦੀ ਜਿੱਥੇ ਲੈ ਹਾਂ, ਜਿਵੇਂ ਅੱਜ ਕੱਲ੍ਹ ਯੰਗਸਟਰ ਵੀ ਗਲਤੀ ਕਰ ਲੈਂਦੇ ਨੇ ਵੀ ਗੁੱਸੇ ਵਿੱਚ ਆ ਕੇ ਵੀ ਮੈਂ ਇਹ ਕਰ ਦੂੰ ਜਾਂ ਭੱਜ ਜਾਊਂਗਾ। ਮਤਲਬ ਇਹਨਾਂ ਦੀ ਸਟੋਰੀ ਜੇ ਜਿਨ੍ਹਾਂ ਮੁੰਡਿਆਂ ਤੱਕ ਜਾਂ ਨੌਜਵਾਨਾਂ ਤੱਕ ਪਰਿਵਾਰਾਂ ਕੋਲ ਵੀ ਪਹੁੰਚਦੇ, ਬੱਚਿਆਂ ਨੂੰ ਜ਼ਰੂਰ ਦਿਖਾਉਣ ਵੀ ਇੱਕ ਗਲਤੀ ਤੁਹਾਨੂੰ ਕਿੱਥੇ ਲੈ ਕੇ ਆ ਜਾਂਦੀ ਆ। ਜੇ ਕਿਸੇ ਨੇ ਗਲਤੀ ਪੁੱਛਣਾ ਤਾਂ ਇਹਨਾਂ ਨੂੰ ਦਰਦ ਪੁੱਛ ਕੇ ਦੇਖੋ ਗਲਤੀ ਦਾ ਕੀ ਹੁੰਦਾ ਹੈ। ਸੋ ਇਹ ਅਪੀਲ ਵੀ ਆ ਕਿ ਗੁੱਸੇ ਦੇ ਵਿੱਚ ਫੈਸਲੇ ਨਹੀਂ ਲੈਣੇ ਚਾਹੀਦੇ। ਬਿਲਕੁਲ ਜੀ, ਧੰਨਵਾਦ ਤੁਹਾਡਾ ਤੇ ਧੰਨਵਾਦ ਬਣੀ ਤੁਹਾਡਾ ਵੀ। ਦੇਖੋ ਬਿਲਕੁਲ ਇੱਕ ਇਹਨਾਂ ਨੇ ਗੱਲ ਜਿਹੜੀ ਦੱਸੀ ਆ ਕਿ ਗੁੱਸੇ ਜਾਂ ਤੈਸ਼ ਦੇ ਵਿੱਚ ਆ ਕੇ ਜਿਹੜੇ ਅਸੀਂ ਕਦੇ ਫੈਸਲੇ ਲੈ ਲੈਂਦੇ ਹਾਂ ਜਾਂ ਦੇ ਯੰਗਸਟਰ ਲੈ ਲੈਂਦੇ ਨੇ, ਉਹ ਬੜੇ ਭਾਰੀ ਪੈਂਦੇ ਨੇ ਸਾਡੇ ਉੱਤੇ ਵੀ, ਸਾਡੇ ਜੀਵਨ ਉੱਤੇ ਵੀ ਤੇ ਸਾਡੇ ਨਾਲ ਜੁੜੇ ਜਿਹੜੇ ਸਾਡਾ ਪਰਿਵਾਰ ਆ ਉਹਦੇ ਜੀਵਨ ਉੱਤੇ ਵੀ। ਕਈ ਵਾਰ ਅਸੀਂ ਇੱਕ ਗਲਤੀ ਨਾਲ ਆਪਣਾ ਸਭ ਕੁਝ ਬਰਬਾਦ ਕਰਕੇ ਰੱਖ ਦਿੰਦੇ ਹਾਂ। ਜਿਵੇਂ ਕਿ ਅਸੀਂ ਇਸ ਬਜ਼ੁਰਗ ਨੂੰ ਅੱਜ ਮਿਲੇ ਹਾਂ, ਉਹਨਾਂ ਨੇ ਆਪਣੇ ਬਾਰੇ ਦੱਸਿਆ। ਸੋ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਪੋਰਟ ਇਸ ਕਰਕੇ ਕੀਤੀ ਹੈ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਜ਼ਿੰਦਗੀ ਦੀ ਇੱਕ ਗਲਤੀ ਕਿੰਨੀ ਕੁ ਭਾਰੀ ਪੈਂਦੀ ਆ। ਬਾਕੀ ਜਿੰਨੇ ਵੀ ਸਾਨੂੰ ਦੇਖ ਰਹੇ ਉਹਨਾਂ ਅੱਗੇ ਹੀ ਅਪੀਲ ਆ ਕਿ ਜਦ ਵੀ ਤੁਸੀਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਆਓ ਤਾਂ ਡਿਊਟੀ ਦੇ ਬਾਹਰ ਬੈਠੇ ਇਸ ਬਜ਼ੁਰਗ ਕੋਲ ਜ਼ਰੂਰ ਭਾਰ ਤੋਲੋ ਤੇ ਇਹਨਾਂ ਦੀ ਮਦਦ ਭਾਰ ਤੋਲ ਕੇ ਹੀ ਕਰੋ। ਭੀਖ ਨਾ ਦਿਓ, ਨਾ ਤਾਂ ਭੀਖ ਲੈਣ ਨੂੰ ਬੈਠੇ, ਨਾ ਇਹ ਭੀਖ ਮੰਗਦੇ ਨੇ। ਇਹ ਕਹਿੰਦੇ ਨੇ ਕਿ ਮੈਂ ਕੰਮ ਕਰਕੇ ਖਾਣਾ। ਕੰਮ ਇਹਨਾਂ ਦਾ ਇਹ ਭਾਰ ਤੋਲਣ ਵਾਲੀ ਮਸ਼ੀਨ ਹੈ। ਭਾਰ ਤੋਲੋ, ਇਹਨਾਂ ਦੀ ਮਦਦ ਕਰੋ ਤੇ ਵਾਹਿਗੁਰੂ ਆਪ ਹੀ ਸਭ ਕੁਝ ਦੇਵੇਗਾ। ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ। रिश्तेदारों ने बोला मेरे को आपकी मम्मी चली गई है, सब कुछ गया। पिताजी क्या करते थे? इनकम टैक्स ऑफिसर मेरा डैडी सबसे बड़ा इनकम टैक्स ऑफिसर है। एक गलती जिंदगी की इन्हें मेरे को हर नक्शा दे दिया है कि कोई अपना नहीं है, सब पर आया। आजकल आज के टाइम कलयुग में मनी इज ग्रेट है, गॉड इज नॉट ग्रेट। अब ये देखो तुम्हारे सामने काम करना कोई गुनाह है, चोरी करना गुनाह है, बाकी हमको फिर भी डांग वाले डांग मारते हैं। तो क्या डर क्या था, क्यों घर से भागे? स्कूल का रिजल्ट फाड़ के निकल गया कि सारे फेल क्यों हुए, गुस्से में। अच्छा। कि पढ़ने में आई एम फर्स्ट, गुस्सा ये कि भाई स्कूल में फेल क्यों हुए। गुरु से बड़ा कोई रिश्तेदार नहीं, पैसा था। आजकल मनी इज ग्रेट, गॉड इज नॉट। बाकी गॉड इज ग्रेट, गॉड इज एवरीवेयर, मनी इज नॉट ग्रेट, मनी इज वेरी बैड।